ਸਤਿ ਸ਼੍ਰੀ ਅਕਾਲ ਜੀ। ਮੈਂ ਜਸਵੀਰ ਸਿੰਘ ਕੰਪਿਊਟਰ ਫੈਕਲਟੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤਿਉਣਾ ਪਜਾਰੀਆਂ ਆਪਣੇ ਚੈਨਲ ਜੀਐਸ ਟੈਕ ਮਾਸਟਰ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸਟੂਡੈਂਟਸ, ਤੁਹਾਨੂੰ ਪਤਾ ਹੀ ਹੋਵੇਗਾ ਕਿ 11 ਨਵੰਬਰ ਤੋਂ ਪੰਜਾਬ ਅਚੀਵਮੈਂਟ ਸਰਵੇ ਯਾਨੀ ਕਿ ਪੈਸ ਦਾ ਫਾਈਨਲ ਟੈਸਟ ਹੋਣ ਜਾ ਰਿਹਾ ਹੈ। ਇਸ ਸੰਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਡੀਐਮਸ ਦੁਆਰਾ ਪੈਸ ਟੈਸਟਾਂ ਦੀ ਰਿਵੀਜ਼ਨ ਲਈ ਕੁਝ ਕੁਐਸਚਨ ਆਨਸਰਸ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਦਾ ਮੈਂ ਅੱਜ ਇਸ ਵੀਡੀਓ ਰਾਹੀਂ ਵਿਸ਼ਲੇਸ਼ਣ ਕਰਨ ਜਾ ਰਿਹਾ ਹਾਂ। Which tool is used to maintain budget, financial statements and sales records? ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ? ਤਾਂ ਇਸ ਦਾ ਆਨਸਰ ਹੈ ਸਪਰੈਡਸ਼ੀਟ। Word automatically inserts a page break when we reach the dash of a page. ਜਦੋਂ ਅਸੀਂ ਇੱਕ ਪੇਜ ਦੇ ਡੈਸ਼ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ। ਕਿੱਥੇ ਦਾਖਲ ਕਰਦਾ ਹੈ? ਐਂਡ ਤੇ, ਪੇਜ ਦੇ ਐਂਡ ਉੱਤੇ। As we type our document, dash wavy lines will appear under any word that is spelled incorrectly. ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਹੇਠਾਂ ਕਿਸ ਰੰਗ ਦੀ ਲਾਈਨ ਆਵੇਗੀ? ਕਿਹੜੇ ਰੰਗ ਦੀ ਆਉਂਦੀ ਹੈ ਬੱਚਿਓ? ਲਾਲ ਰੰਗ ਦੀ। The most common types of dash effects include entrance and exits. ਸਭ ਤੋਂ ਆਮ ਕਿਸਮ ਦੇ ਡੈਸ਼ ਪ੍ਰਭਾਵ ਵਿੱਚ ਐਂਟਰਾਂਸ ਅਤੇ ਐਗਜ਼ਿਟ ਸ਼ਾਮਲ ਹੁੰਦੇ ਹਨ। ਤਾਂ ਇਸ ਦਾ ਆਨਸਰ ਹੈ ਐਨੀਮੇਸ਼ਨ। Dash are the blank space around the edges of the page. Dash ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ। ਇਸ ਦਾ ਆਨਸਰ ਹੈ ਮਾਰਜਿਨ। What should be the first tag in any HTML document? ਕਿਸੇ ਵੀ HTML ਦਸਤਾਵੇਜ਼ ਵਿੱਚ ਪਹਿਲਾ ਟੈਗ ਕਿਹੜਾ ਹੋਣਾ ਚਾਹੀਦਾ ਹੈ? ਕਿਹੜਾ ਟੈਗ ਹੁੰਦਾ ਹੈ ਪਹਿਲਾ ਟੈਗ ਕਿਹੜਾ ਹੁੰਦਾ ਬੱਚਿਓ? HTML। ਅਸੀਂ HTML ਟੈਗ ਨਾਲ ਸਾਡੇ ਵੈਬ ਪੇਜ ਨੂੰ ਸ਼ੁਰੂ ਕਰਦੇ ਹਾਂ। What is the correct HTML tag for inserting a line break? ਲਾਈਨ ਬ੍ਰੇਕ ਪਾਉਣ ਲਈ ਕਿਹੜਾ HTML ਟੈਗ ਵਰਤਿਆ ਜਾਂਦਾ ਹੈ? BR। A web page displays a picture. What tag is used to display that picture? ਇੱਕ ਵੈਬ ਪੇਜ ਤਸਵੀਰ ਦਿਖਾਉਂਦਾ ਹੈ। ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? ਇਸ ਦਾ ਆਨਸਰ ਆਏਗਾ IMG। Page designed in HTML is called a HTML ਵਿੱਚ ਡਿਜ਼ਾਈਨ ਕੀਤੇ ਪੇਜ ਨੂੰ ਕੀ ਕਹਿੰਦੇ ਆ? ਵੈਬ ਪੇਜ। HTML document is saved using dash extension. HTML ਦਸਤਾਵੇਜ਼ ਨੂੰ ਸੇਵ ਕਰਨ ਲਈ ਅਸੀਂ ਕਿਹੜੀ ਐਕਸਟੈਂਸ਼ਨ ਵਰਤਦੇ ਹਾਂ? HTML extension .html. What is the use of form in HTML? HTML ਵਿੱਚ ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਕਿਸ ਕੰਮ ਲਈ ਵਰਤਦੇ ਹਾਂ? ਯੂਜ਼ਰ ਤੋਂ ਇਨਪੁਟ ਲੈਣ ਲਈ। Which of the following is most commonly used HTTP methods? ਨਿਮਨਲਿਖਤ ਵਿੱਚੋਂ ਕਿਹੜੀ ਸਭ ਤੋਂ ਵੱਧ ਆਮ ਵਰਤੀ ਜਾਣ ਵਾਲੀ HTTP ਵਿਧੀ ਹੈ? ਤਾਂ ਉਹ ਹੈ get ਅਤੇ post. Is it possible to set up link within the web page? ਕੀ ਇੱਕ ਵੈਬ ਪੇਜ ਵਿੱਚ ਅੰਦਰੂਨੀ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ? ਤਾਂ ਇਸ ਦਾ ਉੱਤਰ ਆਏਗਾ ਹਾਂ। An HTML form is part of a web page that includes areas where ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹੁੰਦੇ ਹਨ ਜਿੱਥੇ ਕਿ ਇਸ ਵਿੱਚ ਦੋਨੋਂ ਆ ਜਾਣਗੇ ਊੜਾ ਅਤੇ ਆੜਾ,
यानी कि जानकारी ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ ਤੇ ਭੇਜ ਦਿੱਤੀ ਜਾਂਦੀ ਹੈ। A container tag and is used to allow multiple lines of text in a single input item is known as एक container tag है ਅਤੇ ਇੱਕ single input item ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਤਾਂ ਇਸ ਦਾ ਆਨਸਰ ਆਏਗਾ ਟੈਕਸਟ ਏਰੀਆ, ਕਿਉਂਕਿ ਟੈਕਸਟ ਏਰੀਆ ਵਿੱਚ ਅਸੀਂ ਇੱਕ ਤੋਂ ਜ਼ਿਆਦਾ ਲਾਈਨਾਂ ਲਿਖ ਸਕਦੇ ਹਾਂ। There are 4 stages of planning a website. ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ 4 ਪੜਾਅ ਕਿਹੜੇ ਹਨ? ਤਾਂ ਇਸ ਵਿੱਚ ਆਏਗਾ ਆਨਸਰ ਉੱਤੇ ਦਿੱਤੇ ਸਾਰੇ, ਕਿਉਂਕਿ ਇਹ ਸਾਰੇ ਹੀ ਪੜਾਅ ਕਿਸੇ ਸਾਈਟ ਦਾ ਟੀਚਾ, ਦਰਸ਼ਕਾਂ ਲਈ ਡਿਜ਼ਾਈਨਿੰਗ, ਕੰਮ ਅਤੇ ਰਣਨੀਤੀ, ਵਿਸ਼ਾ ਵਸਤੂ ਦਾ ਵਿਕਾਸ, ਇਹ ਚਾਰੇ ਹੀ ਵੈਬਸਾਈਟ ਦੀ ਯੋਜਨਾ ਬਣਾਉਣ ਦੇ ਪੜਾਅ ਹਨ। A good look of a web page depends upon। ਵੈਬ ਪੇਜ ਦੀ ਇੱਕ ਵਧੀਆ ਦਿੱਖ ਕਿਸ ਤੇ ਨਿਰਭਰ ਕਰਦੀ ਹੈ? ਤਾਂ ਇਸ ਦਾ ਵੀ ਆਨਸਰ ਆਏਗਾ all of the above, ਯਾਨੀ ਕਿ ਉਪਰੋਕਤ ਸਾਰੇ। No internet connection is needed in। ਕਿਸ ਟੈਸਟਿੰਗ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੁੰਦੀ? ਇਸ ਦਾ ਆਨਸਰ ਆਏਗਾ ਆਫਲਾਈਨ ਟੈਸਟਿੰਗ। SEO means, SEO ਦਾ ਕੀ ਮਤਲਬ ਹੈ? ਤਾਂ ਇਸ ਦਾ ਮਤਲਬ ਹੈ ਸਰਚ ਇੰਜਨ ਆਪਟੀਮਾਈਜੇਸ਼ਨ। SMM stands for, SMM ਦਾ ਕੀ ਮਤਲਬ ਹੈ? ਇਸ ਦਾ ਆਨਸਰ ਆਏਗਾ ਸੋਸ਼ਲ ਮੀਡੀਆ ਮਾਰਕੀਟਿੰਗ। What is the extension of Word document in MS Office 2010? MS Office 2010 ਵਿੱਚ Word document ਦੀ ਐਕਸਟੈਂਸ਼ਨ ਦੱਸੋ। ਤਾਂ ਇਸ ਦਾ ਆਨਸਰ ਆਏਗਾ .docx। The main purpose of spreadsheet tool is to make document। ਸਪਰੈਡਸ਼ੀਟ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ। ਤਾਂ ਬੱਚੋ ਸਪਰੈਡਸ਼ੀਟ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਨਹੀਂ ਹੁੰਦਾ, ਇਸ ਲਈ ਇਸ ਦਾ ਆਨਸਰ ਆਏਗਾ ਗਲਤ। What is the extension of PowerPoint presentation in MS Office 2010? MS Office 2010 ਵਿੱਚ PowerPoint ਦੀ ਐਕਸਟੈਂਸ਼ਨ ਕੀ ਹੁੰਦੀ ਹੈ? ਤਾਂ ਇਸ ਦਾ ਆਨਸਰ ਆਏਗਾ .pptx। Computer software is classified into 2 categories, dash and dash। ਕੰਪਿਊਟਰ ਸਾਫਟਵੇਅਰ ਨੂੰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਡੈਸ਼ ਅਤੇ ਡੈਸ਼। ਕਿਹੜੀਆਂ 2 ਸ਼੍ਰੇਣੀਆਂ 'ਚ ਵੰਡਿਆ ਜਾਂਦਾ ਕੰਪਿਊਟਰ ਸਾਫਟਵੇਅਰ ਨੂੰ? ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ। Multimedia software is a tool that allows the user to create dash and dash with the help of media players and real players। ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ਡੈਸ਼ ਅਤੇ ਡੈਸ਼ ਬਣਾਉਣ ਦੀ ਆਗਿਆ ਦਿੰਦਾ ਹੈ। ਕੀ ਬਣਾਉਣ ਦੀ ਆਗਿਆ ਦਿੰਦਾ ਹੈ? ਆਡੀਓ ਅਤੇ ਵੀਡੀਓ। Application software is a software that can perform a specific task। ਐਪਲੀਕੇਸ਼ਨ ਸਾਫਟਵੇਅਰ ਇੱਕ ਅਜਿਹਾ ਸਾਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ। ਤਾਂ ਇਹ ਬਿਲਕੁਲ ਸਹੀ ਹੈ ਬੱਚਿਓ। Dash list is used to represent an unorganized list। ਇੱਕ unorganized list ਦਰਸਾਉਣ ਲਈ ਡੈਸ਼ ਸੂਚੀ ਵਰਤੀ ਜਾਂਦੀ ਹੈ। ਕਿਹੜੀ ਸੂਚੀ ਵਰਤਦੇ ਹਾਂ? unordered list। Dash tag is used to define the elements of a list। ਡੈਸ਼ ਟੈਗ ਨੂੰ ਇੱਕ ਸੂਚੀ ਦੇ ਐਲੀਮੈਂਟ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਤਾਂ ਇਸ ਦਾ ਆਨਸਰ ਆਏਗਾ li ਟੈਗ।
HTML is a structured language. HTML एक structured भाषा है, ये बिल्कुल सही है। Definition list generally contains the definition of different terms and their meaning. ਪਰਿਭਾਸ਼ਾ ਸੂਚੀ ਵਿੱਚ ਆਮ ਤੌਰ ਤੇ ਵੱਖ-ਵੱਖ ਨਿਯਮ ਅਤੇ ਉਹਨਾਂ ਦੇ ਅਰਥ ਅਤੇ ਪਰਿਭਾਸ਼ਾ ਸ਼ਾਮਲ ਹੁੰਦੇ ਹਨ। ਬਿਲਕੁਲ ਸਹੀ ਹੈ। फुल फॉर्म ऑफ यू, यू का पूरा नाम की है? अंडरलाइन। नेम द टैग विच इज यूज्ड इन द बिगिनिंग एंड एट द एंड ऑफ HTML डॉक्यूमेंट। उस टैग का नाम दसो जो HTML के शुरू और अंत में वरते जाते हैं। किहड़े टैग शुरू और अंत में वरते जाते हैं? कंटेनर टैग। Name the tag of the HTML document in which whole information about the web page resides. उस टैग का नाम दसो जिस विच सारे वैब पेज की सूचना स्टोर होंदी है। तो बॉडी टैग एक जिहा टैग है जिस विच असीं सारे डॉक्यूमेंट की सूचना स्टोर करते हैं। To add an image to a web page, which tag is used? एक वैब पेज विच इमेज लगाउण लई किहड़ा टैग वरतिया जांदा है? इसका आंसर आएगा इमेज टैग। नेम द लिस्ट विच हैव इंफॉर्मेशन रिलेटेड टू ईच अदर बट देयर सीक्वेंस इज नॉट इंपॉर्टेंट। उस लिस्ट का नाम दसो जिस विच संबंधित सूचना हुंदी है पर उत्थे तरतीब जरूरी नहीं हुंदी। तो हुंदी है बुलेटेड लिस्ट। To allow multiple lines of text, dash is used in the form. Text ਦੀਆਂ ਬਹੁਤੀਆਂ ਲਾਈਨਾਂ ਡੈਸ਼ ਰਾਹੀਂ ਫਾਰਮ ਵਿੱਚ ਵਰਤ ਸਕਦੇ ਹਾਂ। ਕਾਹਦੇ ਰਾਹੀਂ ਵਰਤ ਸਕਦੇ ਹਾਂ? ਟੈਕਸਟ ਏਰੀਆ ਰਾਹੀਂ। To clear all options from a form, we can use dash button. ਫਾਰਮ ਦੇ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਅਸੀਂ ਡੈਸ਼ ਬਟਨ ਦੀ ਵਰਤੋਂ ਕਰਦੇ ਹਾਂ। ਕਿਹੜਾ ਬਟਨ? ਰੀਸੈਟ ਬਟਨ। An unvisited link is underlined and blue. एक unvisited link underline हुंदा है ते इसदा रंग नीला हुंदा है। बिल्कुल सही। Selection lists are used to define the drop down lists. Selection list drop down list ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ। ਬਿਲਕੁਲ ਸਹੀ। Full form of A tag is। A टैग का पूरा नाम दसो। तो इसका पूरा नाम है एंकर। टेबल टैग हैज़ वेरियस टैग्स, दीज आर। टेबल टैग विच होर वरते जाते टैग्स हेठ लिखे अनुसार हैं। तो ये सारे आ जाएंगे TR, TD, TH। तो इसका आंसर आएगा ये सारे। Input type is equal to password will show asterisks in the text box. Input type password text box ਵਿੱਚ star ਦਿਖਾਏਗਾ। ਸਹੀ ਹੈ ਜੀ। Full form of B, B ਦਾ ਪੂਰਾ ਰੂਪ ਦੱਸੋ। ਤਾਂ B ਦਾ ਪੂਰਾ ਰੂਪ ਹੈ bold। The very first page of any website is called as। किसी भी वैबसाइट के पहले सफ़े नूं डैश कहा जाता है। तो इसका आंसर आएगा होम पेज। वैबसाइट का पहला सफ़ा जिहड़ा हुंदा है उसनूं असीं होम पेज कहने आ। There is no link of other pages with the home page। होम पेज दे नाल होर पन्नियां दा कोई लिंक नहीं हुंदा। बिल्कुल गलत। Offline testing of a site should be done on a single browser only। किसी साइट का ऑफलाइन टेस्ट सिर्फ इक्को ब्राउज़र ते करना चाहिए है। ये भी गलत है बच्चों, क्योंकि जदों भी असीं वैबसाइट की टेस्टिंग करते हैं तो सानू सारे ब्राउज़र वरत के देखने चाहिए हैं। Which is the address of your site? तुहाडी साइट का
ਪਤਾ ਕਿਹੜਾ ਹੈ, ਤਾਂ ਸਾਡੀ ਸਾਈਟ ਦੇ ਪਤੇ ਨੂੰ ਅਸੀਂ ਕੀ ਕਹਿੰਦੇ ਆ? ਡੋਮੇਨ ਨੇਮ। ਐਡਰੈਸ ਆਫ ਵੈਬਸਾਈਟ ends with .com, .org, .net etc. ਸਾਈਟ ਦਾ ਪਤਾ .com, .org, .net ਆਦਿ ਨਾਲ ਖਤਮ ਹੁੰਦਾ ਹੈ। ਇਹ ਸਹੀ ਹੈ। During online testing of a site, your computer should be connected to the internet. ਕਿਸੇ ਸਾਈਟ ਦੇ ਆਨਲਾਈਨ ਟੈਸਟਿੰਗ ਦੇ ਦੌਰਾਨ ਤੁਹਾਡੇ ਕੰਪਿਊਟਰ ਨੂੰ ਇੰਟਰਨੈਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਤਾਂ ਇਹ ਬਿਲਕੁਲ ਸਹੀ ਹੈ। While planning to build a site, decision about dash of site is taken at the end. ਸਾਈਟ ਦੀ ਯੋਜਨਾ ਬਣਾਉਣ ਸਮੇਂ ਸਾਈਟ ਦੀ ਡੈਸ਼ ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ। ਕਿਸ ਚੀਜ਼ ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ? ਪਬਲਿਸ਼ਿੰਗ ਦਾ। ਧੰਨਵਾਦ ਸਟੂਡੈਂਟਸ। ਸੋ ਵਿਦਿਆਰਥੀਓ, ਕੰਪਿਊਟਰ ਵਿਸ਼ੇ ਦਾ ਪੈਸ ਟੈਸਟ ਦੇਣ ਤੋਂ ਪਹਿਲਾਂ ਇਸ ਵੀਡੀਓ ਨੂੰ 2-3 ਵਾਰ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਡੀ ਅੱਛੀ ਤਰ੍ਹਾਂ ਤਿਆਰੀ ਹੋ ਸਕੇ। ਜੇਕਰ ਇਹ ਜਾਣਕਾਰੀ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ JS Tech Master ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਇਹ ਜਾਣਕਾਰੀ ਅੱਗੇ ਦੀ ਅੱਗੇ ਵਿਦਿਆਰਥੀਆਂ ਤੱਕ ਸ਼ੇਅਰ ਜ਼ਰੂਰ ਕਰਨਾ।